ਕਿਸਾਨੀ ਘੋਲ ਲਗਾਤਾਰ ਜਾਰੀ ਹੈ ਔਰ ਇਸ ਘੋਲ ਦੇ ਵਿੱਚ ਅੱਜ ਦੀ ਜੇਕਰ ਗੱਲ ਕਰੀਏ ਤੇ ਟ੍ਰੇਡ ਵਰਗ ਦੀ ਗੱਲ ਕਰੀਏ, ਸਾਬਕਾ ਓਲੰਪੀਅਨ ਦੀ ਗੱਲ ਕਰੀਏ ਜਾਂ ਫਿਰ ਅਰਥ ਸ਼ਾਸਤਰੀਆਂ ਦੀ ਗੱਲ ਕਰੀਏ, ਉਹ ਵੀ ਕਿਸਾਨਾਂ ਨੂੰ ਸਪੋਰਟ ਕਰਨ ਲਈ ਸਿੰਘੂ ਬਾਰਡਰ ਪਹੁੰਚੇ ਹੈ। ਸਾਡੇ ਨਾਲ ਨੇ ਡਾਕਟਰ RS ਘੁੰਮਣ, ਗੱਲਬਾਤ ਕਰ ਲੈਂਦੇ ਹਾਂ। ਘੁੰਮਣ ਸਾਹਿਬ, ਇੱਕ ਵੱਡਾ ਮਸਲਾ ਕਿਸਾਨੀ ਅੰਦੋਲਨ, ਕਿਉਂਕਿ ਕੇਂਦਰ ਜਿਹੜਾ ਉਹ ਸੁਣਨ ਲਈ ਤਿਆਰ ਨਹੀਂ ਹੋ ਪਾ ਰਿਹਾ। ਸੁਪਰੀਮ ਕੋਰਟ ਜਾਂਦੇ ਨੇ, ਬੈਠਕਾਂ ਕਰਾਉਂਦੇ ਨੇ। ਤੁਸੀਂ ਵੀ PM ਨੂੰ ਇੱਕ ਚਿੱਠੀ ਲਿਖੀ ਹੈ, ਕੀ ਤੁਸੀਂ ਅਪੀਲ ਕੀਤੀ ਹੈ ਉਸ ਚਿੱਠੀ ਰਾਹੀਂ? ਕੀ ਕੁਝ ਫੈਕਟਸ ਨੇ ਉਸ ਚਿੱਠੀ ਦੇ? ਅਸੀਂ ਉਹਦੇ 'ਚ 5 ਨੁਕਤੇ ਉਠਾਏ ਨੇ ਕਿ ਇਹ ਜਿਹੜਾ ਇਸ ਵੇਲੇ ਕਿਸਾਨੀ ਦਾ ਅੰਦੋਲਨ ਹੈ ਉਹ ਇਸ ਮੋੜ ਤੇ ਪੁੱਜ ਗਿਆ ਕਿ ਇਸ ਨੂੰ ਸਰਕਾਰ ਨੂੰ ਜਲਦੀ ਤੋਂ ਜਲਦੀ ਗੱਲਬਾਤ ਕਰਨੀ ਚਾਹੀਦੀ ਹੈ। ਅਸੀਂ ਪਹਿਲਾ ਨੁਕਤਾ ਇਹ ਉਠਾਇਆ ਕਿ ਕਿਉਂ ਇਹ ਰਿਪੀਲ ਕਰਨੀ ਜ਼ਰੂਰੀ ਹੈ, ਕਿਉਂਕਿ ਦੋ ਮੰਡੀਆਂ ਨਹੀਂ ਚੱਲ ਸਕਦੀਆਂ। APMC ਔਰ MSP ਚੱਲੇਗੀ ਜਾਂ APMC ਤੇ MSP ਨਹੀਂ ਚੱਲੇਗੀ। ਇਹ ਇੱਕ ਬੜਾ ਸਿੱਧਾ ਮਸਲਾ, ਇੱਕ ਮਸਲਾ ਤਾਂ ਇਹ ਉਠਾਇਆ। ਦੂਜਾ ਅਸੀਂ ਉਠਾਇਆ ਕਿ ਜਿਹੜਾ ਪਲੇਅਰਸ ਨੇ ਨਾ, ਲੈਵਲ ਪਲੇਇੰਗ ਫੀਲਡ ਨਹੀਂ ਹੈ। ਲੈਵਲ ਪਲੇਇੰਗ ਫੀਲਡ ਇਸ ਲਈ ਨਹੀਂ ਹੈ ਕਿ ਇੱਕ ਪਾਸੇ ਤਾਂ ਛੋਟਾ ਕਿਸਾਨ, ਗਰੀਬ ਕਿਸਾਨ ਹੈ, ਮੈਂ ਕਿ ਨਰਲ ਵੀ ਜਾਣ 10 ਕਰੋੜ ਕਿਸਾਨ ਨੇ ਇੰਡੀਆ 'ਚ, ਤੇ ਉਹ ਸਾਰੇ ਹਿੰਦੁਸਤਾਨ 'ਚ ਫਸੇ ਬੈਠੇ ਨੇ। ਜਿਹੜੇ ਵੱਡੀਆਂ ਕੰਪਨੀਆਂ ਨੇ ਉਹਨਾਂ ਨਾਲ ਜਦੋਂ ਬਾਰਗੇਨਿੰਗ ਦੀ ਗੱਲ ਕਰੇਗੀ ਤਾਂ ਇਹ ਲੈਵਲ ਪਲੇਇੰਗ ਫੀਲਡ ਨਹੀਂ ਹੈ। ਤੀਜਾ ਨੁਕਤਾ ਇਹ ਉਠਾਇਆ ਅਸੀਂ ਕਿ ਤੁਸੀਂ ਕਿਸਾਨਾਂ ਦੀ ਜਿਹੜੀ MSP ਹੈ ਉਹਨੂੰ ਜਿਹੜਾ ਉਹ ਠੀਕ ਤਰ੍ਹਾਂ ਦਿਓ, ਕਿਸਾਨਾਂ ਦੀ ਬਾਂਹ ਪਕੜੋ। ਔਰ ਜਿਹੜਾ ਇੱਕ ਚੌਥਾ ਨੁਕਤਾ ਹੈ ਉਹ ਹੈ ਮੋਨੋਪਸੋਨੀ ਤੇ ਮੋਨੋਪਲੀ ਦਾ, ਜਿਹਦੇ ਵਿੱਚ ਕਿਸਾਨ ਤੋਂ ਇਲਾਵਾ ਜਿਹੜੇ ਕੰਜ਼ਿਊਮਰ ਨੇ ਐਗਰੀਕਲਚਰ ਪ੍ਰੋਡਿਊਸ ਦੇ, ਉਹਨਾਂ ਤੇ ਵੀ ਅਸਰ ਹੋਣਾ। ਸ਼ਾਇਦ ਕੰਜ਼ਿਊਮਰਸ ਨੂੰ ਅਜੇ ਉਹ ਉਸ ਲੈਵਲ ਤੇ ਸਮਝ ਨਹੀਂ ਆਈ ਕਿ ਜਦੋਂ ਮੋਨੋਪਲੀ ਹੋਏਗੀ, ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਉਹ ਤੁਸੀਂ ਅਮੈਂਡ ਕਰ ਦਿੱਤਾ ਹੈ, ਤਾਂ ਉਹ ਜਦੋਂ ਅਮੈਂਡ ਕਰ ਦਿੱਤਾ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਹੁਣ ਉਹਨਾਂ ਨੂੰ ਹੋਲਡਿੰਗ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਨਾਟ ਓਨਲੀ ਹੋਲਡਿੰਗ ਦੀ, ਤੁਸੀਂ ਉਹਨਾਂ ਨੂੰ ਕੀਮਤ ਵਧਾਉਣ ਦੀ ਵੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਔਰ ਜੇ ਇੱਦਾਂ ਹੁੰਦਾ ਕਿਸੇ ਵੇਲੇ ਖੁਦਾ ਨਖਾਸਤਾ ਦੇਸ਼ ਦੇ ਵਿੱਚ ਕੋਈ ਅਨਾਜ ਦੀ ਕਮੀ ਹੁੰਦੀ ਹੈ ਜਾਂ ਵੱਡੀਆਂ ਕੰਪਨੀਆਂ ਕਮੀ ਕਰ ਦਿੰਦੀਆਂ ਨੇ, ਤਾਂ ਫਿਰ ਕੰਜ਼ਿਊਮਰ ਵਿਚਾਰਾ ਕੀ ਕਰੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ 1943 ਦੀ ਦਿਨਾਂ, ਬੰਗਾਲ 'ਚ ਜਦੋਂ ਪ੍ਰੀ ਇੰਡੀਪੈਂਡੈਂਸ ਜਿਹੜਾ ਆਇਆ ਸੀ ਫੈਮਨ, ਉਹਦੇ ਵਿੱਚ ਲੱਖਾਂ ਲੋਕ ਜਿਹੜੇ ਭੁੱਖਮਰੀ ਨਾਲ ਮਰ ਗਏ ਸੀ। ਉਹ ਇਸ ਕਰਕੇ ਨਹੀਂ ਸੀ ਮਰੇ ਕਿ ਅਨਾਜ ਨਹੀਂ ਸੀ ਹੈਗਾ, ਅਨਾਜ ਦੇ ਭੰਡਾਰ ਭਰੇ ਹੋਏ ਸੀ, ਪਰ ਉਸ ਵੇਲੇ ਕਬਜ਼ਾ ਜਿਹੜਾ ਪ੍ਰਾਈਵੇਟ ਪਲੇਅਰਸ ਦਾ ਸੀ। ਤੇ ਇਹ ਜਿਹੜਾ ਹੁਣ ਵੀ ਜਾਂ ਬ੍ਰਿਟਿਸ਼ ਸਰਕਾਰ ਫੌਜੀਆਂ ਨੂੰ ਭੇਜ ਰਹੀ ਸੀ ਅਨਾਜ, ਸੋ ਇਹ ਇਸ ਕਿਸਮ ਦਾ ਕੰਮ ਨਾ ਕਰੋ। ਇਸ ਤੋਂ ਇਲਾਵਾ ਅਸੀਂ ਇਹ ਕਿਹਾ ਕਿ ਕਿਸਾਨ ਜਿਹੜੇ ਨੇ ਉਹ ਉਹਨਾਂ ਦਾ ਰਾਈਟ ਹੈ, ਇਹ ਜਿਵੇਂ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਉਹਨਾਂ ਦਾ ਰਾਈਟ ਹੈ ਕਿ ਉਹ ਪੀਸਫੁਲ ਜਿਹੜਾ ਆਪਣਾ ਐਜੀਟੇਸ਼ਨ ਆ ਉਹ ਕਰਨ, ਤੇ ਸਰਕਾਰ ਜਿਹੜੀ ਹੈ ਉਹਨਾਂ ਦੀ ਗੱਲ ਸੁਣੇ ਤੇ ਰਿਪੀਲ ਕਰੇ। ਮੈਂ ਆਪਣੇ ਵੱਲੋਂ ਇਹ ਕਹਿ ਰਿਹਾ ਕਿ ਜੇ ਕਿਸਾਨ ਕਹਿ ਰਹੇ ਨੇ ਕਿ ਯੈਸ ਔਰ ਨੋ ਦੀ ਗੱਲ ਨਹੀਂ, ਅਸੀਂ ਜੇ ਸਰਕਾਰ ਸਾਨੂੰ ਕੋਈ ਸਾਰਥਕ ਢੰਗ ਨਾਲ ਗੱਲ ਕਰੇ, ਇਹਨਾਂ ਨੂੰ ਕਿਸਾਨਾਂ ਨੂੰ ਯਕੀਨ ਹੋਵੇ ਉਸ 'ਤੇ, ਤਾਂ ਉਹ ਗੱਲ ਕਰਨ ਨੂੰ ਤਿਆਰ ਨੇ। ਪਰ ਜੇ ਪਹਿਲਾਂ ਵਾਂਗ ਹੀ ਗੱਲਾਂ ਕਰਨੀਆਂ ਨੇ ਫਿਰ ਉਹ ਗੱਲ ਕਰਨ ਨੂੰ ਤਿਆਰ ਨਹੀਂ ਹੈ। ਸੋ ਇਸ ਕਰਕੇ ਕਿਸਾਨ ਜੇ ਯੈਸ ਔਰ ਨੋ ਤੋਂ ਥੱਲੇ ਨੇ, ਤੇ ਸਰਕਾਰ ਵੀ ਜਿਹੜੀ ਹੈ ਮਹੀਨਾ ਪਹਿਲਾਂ ਉਤਰਦੀ ਨਹੀਂ ਸੀ ਥੱਲੇ ਕਿ ਅਸੀਂ ਗੱਲ ਕਰਨ ਨੂੰ ਤਿਆਰ ਹੀ ਨਹੀਂ, ਤੇ ਫਿਰ ਦਿੱਲੀ ਕਾਹਨੂੰ ਬੁਲਾਉਣਾ ਸੀ ਇਹਨਾਂ ਨੂੰ? ਗੱਲ ਕਰ ਲੈਣ, ਪਹਿਲਾਂ ਹੀ ਕਰ ਲੈਂਦੇ ਤੇ ਇੰਨੇ ਲੱਖਾਂ ਦੀ ਗਿਣਤੀ 'ਚ ਕਿਸਾਨ ਇੱਥੇ ਨਾ ਆਉਂਦੇ, ਆਪਣਾ ਟਾਈਮ ਨਾ ਬਰਬਾਦ ਕਰਕੇ ਠੰਡ 'ਚ ਮਰਦੇ ਨਾ। 25 ਕਿਸਾਨ ਤਾਂ ਮਰ ਚੁੱਕੇ ਨੇ ਹੁਣ ਤੱਕ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸਰਕਾਰ ਨੂੰ ਅੱਜ ਵੀ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਔਰ ਨਾਲ ਨਾਟ ਓਨਲੀ ਕਿਸਾਨ, ਸਾਰੇ ਵਰਗਾਂ ਤੋਂ ਸਪੋਰਟ ਹੈ। ਔਰ ਜਿਹੜਾ ਇਹ ਪ੍ਰਚਾਰ ਕਰ ਰਹੇ ਨੇ ਕਿ ਪੰਜਾਬ ਹਰਿਆਣਾ ਦੇ ਕਿਸਾਨ ਨੇ, ਇਹ ਯੂਪੀ ਤੋਂ ਵੀ, ਪੰਜਾਬ ਹਰਿਆਣਾ ਦਿੱਲੀ ਦੇ ਨੇੜੇ ਨੇ, ਉੱਤਰਾਖੰਡ ਨੇੜੇ ਹੈ, ਰਾਜਸਥਾਨ ਨੇੜੇ ਆ ਜਾਂਦੇ ਨੇ, ਪਰ ਸਾਰੀ ਥਾਵਾਂ ਤੇ ਸਾਰੇ ਸੂਬਿਆਂ 'ਚ ਕਿਤੇ ਨਾ ਕਿਤੇ ਹੋ ਰਿਹਾ। ਔਰ ਜਿਹੜਾ ਅਸੀਂ ਕਿਹਾ ਕਿ ਬਿਹਾਰ ਵਾਲੀ ਤੁਸੀਂ ਐਗਜ਼ਾਮਪਲ ਦੇ, ਉਹ ਚਿੱਠੀ 'ਚ ਵੀ ਲਿਖਿਆ ਕਿ ਜਿਹੜੀ ਬਿਹਾਰ ਵਾਲੀ ਤੁਸੀਂ ਐਗਜ਼ਾਮਪਲ ਦਿੰਦੇ ਹੋ 2006 ਦੀ, ਤੁਸੀਂ ਬਿਹਾਰ ਦਾ ਹਾਲ ਤਾਂ ਦੇਖੋ ਨਾ ਉੱਥੇ ਕੀ ਹੈ। ਜੇ 1880 ਰੁਪਏ ਝੋਨਾ ਵਿਕਦਾ ਤਾਂ ਉੱਥੇ ਵਿਕਦਾ 1200 ਜਾਂ 1500। ਫਿਰ ਉਹੀ ਝੋਨਾ ਕਈ ਵਾਰ ਪੰਜਾਬ ਜਾਂ ਹਰਿਆਣੇ ਦੀ ਮੰਡੀ 'ਚ ਵੇਚ। ਤੁਸੀਂ ਇਹ ਕੰਮ ਕਿਉਂ ਕਰ ਰਹੇ ਹੋ? ਇਹ WTO ਦੇ ਪ੍ਰੈਸ਼ਰ 'ਚ ਕਰ ਰਹੇ ਹੋ ਜਾਂ ਇੱਥੋਂ ਦੇ ਪੂੰਜੀਪਤੀਆਂ ਦੇ ਪ੍ਰੈਸ਼ਰ 'ਚ ਕਰ ਰਹੇ ਹੋ? ਕਿਉਂ ਕਰ ਰਹੇ ਹੋ ਤੁਸੀਂ? ਮੈਂ ਕਹਿੰਦਾ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਲੋੜ ਕੀ ਸੀ, ਕਿਹੜਾ ਪਹਾੜ ਕਿਸਾਨਾਂ ਤੇ ਟੁੱਟਣ ਵਾਲਾ ਸੀ ਜੇ ਇਹ 5 ਜੂਨ ਨੂੰ ਉਹ ਆਰਡੀਨੈਂਸ ਨਾ ਜਾਰੀ ਕਰਦੇ, ਤੇ ਕਿਹੜਾ ਪਹਾੜ ਕਿਸਾਨਾਂ ਤੇ ਟੁੱਟਣ ਉਹਨੇ ਬਚਾ ਲਿਆ ਕਿ 5 ਜੂਨ ਨੂੰ ਆਰਡੀਨੈਂਸ ਹੋ ਗਏ, ਕਿਸਾਨ ਬਚ ਗਏ। ਉਹ ਭਾਈ ਜਿਨ੍ਹਾਂ ਨੂੰ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਫਾਇਦੇ 'ਚ ਆ, ਉਹ ਕਿਉਂ ਨਹੀਂ ਮੰਨ ਰਹੇ? ਇਹ ਵੀ ਸੋਚੋ ਨਾ।
ਘੁੰਮਣ ਸਾਹਿਬ ਮੈਂ ਵੀ ਇਸ ਚੀਜ਼ ਨੂੰ ਨੋਟਿਸ ਕਰਨਾ, ਕਿਉਂਕਿ ਜਦੋਂ ਵੀ ਕੋਈ ਆਰਡੀਨੈਂਸ ਆਂਦਾ ਹੈ ਉਹ ਆਂਦਾ ਹੈ ਵੀ ਬੜੀ ਜ਼ਿਆਦਾ ਲੋੜ ਹੈ, ਕਿਸਾਨ ਮੰਗ ਨਹੀਂ ਕਰ ਰਹੇ, ਕਿਸਾਨ ਨਹੀਂ ਕਹਿ ਰਹੇ ਸਾਨੂੰ ਇਹੋ ਜਿਹੇ ਕਾਨੂੰਨਾਂ ਦੀ ਲੋੜ ਹੈ, ਲੇਕਿਨ ਫਿਰ ਵੀ ਆ ਕਾਨੂੰਨ ਜ਼ਬਰਦਸਤੀ ਉਹਨਾਂ ਤੇ ਥੋਪੇ ਜਾ ਰਹੇ ਨੇ। ਹੁਣ ਕਹਿੰਦੇ ਨੇ ਆਪਾਂ ਗੱਲਬਾਤ ਕਰ ਲਾਂਗੇ, ਸੁਪਰੀਮ ਕੋਰਟ ਜਾ ਰਹੇ ਨੇ, ਕਦੇ ਕਿੱਥੇ ਜਾ ਰਹੇ ਨੇ, ਕਦੇ ਕਿੱਥੇ ਜਾ ਰਹੇ ਨੇ, ਕਿਸੇ ਢੰਗ ਨਾਲ ਇਸ ਘੋਲ ਨੂੰ ਖਤਮ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਨੀਤੀਆਂ ਨਾਲ ਆ ਘੋਲ ਜਿਹੜਾ ਖਤਮ ਹੁੰਦਾ ਹੋਊਗਾ ਨਜ਼ਰ ਆਊਗਾ? ਦੇਖੋ, ਮੈਨੂੰ ਲੱਗਦਾ ਕਿ ਕਿਸਾਨ ਜਿਹੜੇ ਨੇ ਇੱਕ ਬਾਕੀ ਕਮਿਊਨਿਟੀਜ਼ ਤੋਂ ਵੱਖਰੇ ਨੇ। ਇਹਨਾਂ ਕੋਲੇ ਖਾਣ ਨੂੰ ਅਨਾਜ ਹੈ, ਖੇਤਾਂ 'ਚ ਕੰਮ ਕਰਦੇ ਨੇ। ਇੱਕ ਇਹੋ ਜਿਹੀ ਕਮਿਊਨਿਟੀ ਹੈ ਜਿਹੜੀ ਕਈ ਮਹੀਨਿਆਂ ਤੱਕ ਸੰਘਰਸ਼ ਜਾਰੀ ਰੱਖ ਸਕਦੀ ਹੈ। ਮੈਨੂੰ ਲੱਗਦਾ ਕਿ ਸਰਕਾਰ ਨੂੰ ਹੋਰ ਇਹਨਾਂ ਦਾ ਟੈਸਟ ਨਹੀਂ ਲੈਣਾ ਚਾਹੀਦਾ। ਆਪਣਾ ਜਿਹੜਾ ਇੱਕ ਡੈਮੋਕ੍ਰੈਟਿਕ ਕੰਟਰੀ ਹੈ ਉਹਦੇ ਵਿੱਚ ਤੁਸੀਂ ਪਹਿਲਾਂ ਹੀ ਸਟੇਟਾਂ ਨਾਲ ਜ਼ਿਆਦਤੀ ਕਰ ਲਈ ਹੈ। ਜ਼ਿਆਦਤੀ ਇਹ ਕੀਤੀ ਕਿ ਜਿਹੜਾ ਕੰਸਟੀਟਿਊਸ਼ਨ ਦੀ ਧਾਰਾ 7 ਸ਼ਡਿਊਲ ਆਪਣੇ ਕੋਲ ਲੈ ਲਿਆ, ਇਹ ਅਨਕਨਸਟੀਟਿਊਸ਼ਨਲ ਵੀ ਹੈ। ਪਤਾ ਨਹੀਂ ਇਹ ਕਿਉਂ ਨਹੀਂ ਇਹ ਗੱਲ ਉੱਠ ਰਹੀ, ਕਿਸਾਨ ਵੀ ਨਹੀਂ ਉਠਾ ਰਹੇ, ਪੋਲੀਟੀਕਲ ਪਾਰਟੀਆਂ ਨਹੀਂ ਉਠਾ ਰਹੀਆਂ। ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਜਿਹੜਾ ਇਹਨਾਂ ਨੂੰ ਸ਼ਾਂਤਮਈ ਅੰਦੋਲਨ ਦਾ ਹੱਕ ਹੈ, ਫੰਡਾਮੈਂਟਲ ਰਾਈਟ ਉਹਨਾਂ ਨੇ ਕਿਹਾ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਕਿਸੇ ਵੇਲੇ ਪਾਸਟ ਵਿੱਚ ਸਰਕਾਰ ਨੇ ਆਪਣੀ ਸਿਆਣਪ ਵਿੱਚੋਂ ਇਹ ਵਾਕਈ ਮੈਂ ਉਹਨਾਂ ਤੇ ਸ਼ੱਕ ਵੀ ਨਹੀਂ ਕਰਦਾ ਵੀ ਇਹ ਕਿਸਾਨਾਂ ਦੇ ਹੱਕ 'ਚ ਨਹੀਂ ਹਨ ਜਾਂ ਹੱਕ 'ਚ ਵਿਰੋਧ 'ਚ। ਮੈਂ ਕਹਿੰਦਾ ਜੇ ਉਹਨਾਂ ਨੇ ਆਪਣੀ ਸਿਆਣਪ ਵਿੱਚੋਂ ਇਹ ਕਰ ਵੀ ਲਿਆ, ਪਰ ਜਿਨ੍ਹਾਂ ਲੋਕਾਂ ਲਈ ਤੁਸੀਂ ਕੀਤਾ ਉਹ ਨਹੀਂ ਮੰਨ ਰਹੇ, ਤਾਂ ਫਿਰ ਇਹਦਾ ਮਤਲਬ ਇਹਦਾ ਫਾਇਦਾ ਕੀ ਹੈ? ਇਹਦਾ ਮਤਲਬ ਕਿਤੇ ਨਾ ਕਿਤੇ ਬੇਭਰੋਸਗੀ ਹੈ। ਕਿਸਾਨਾਂ ਨੂੰ ਸਰਕਾਰ ਤੇ ਜਾਂ ਤਾਂ ਯਕੀਨ ਨਹੀਂ ਹੈ, ਜੇ ਯਕੀਨ ਹੈ ਤਾਂ ਉਹ ਯਕੀਨ ਦਹਾਨੀ ਕਿਉਂ ਨਹੀਂ ਕਰਾ ਰਹੇ? ਪ੍ਰਾਈਮ ਮਿਨਿਸਟਰ ਸਾਹਿਬ ਤੋਂ ਲੈ ਕੇ ਥੱਲੇ ਤੱਕ ਇਹਨਾਂ ਦੇ ਸਾਰੇ ਅਧਿਕਾਰੀ, MP, MLA ਸਾਰੇ ਕਹਿ ਰਹੇ ਨੇ ਠੀਕ ਹੈ ਕਿਸਾਨਾਂ, ਪਰ ਕਿਸਾਨਾਂ ਨੂੰ ਵੀ ਤਾਂ ਮਨਾਓ। ਮੈਂ ਕਹਿੰਦਾ ਅੱਜ ਵੀ ਕੁਝ ਨਹੀਂ ਵਿਗੜਿਆ ਜੇ ਇਹ ਕਾਨੂੰਨ ਜਿਹੜੇ ਆ ਸਾਲ 2 ਸਾਲ ਸਸਪੈਂਡ ਕੀਤੇ ਜਾਣ, ਕਿਸਾਨਾਂ ਨੂੰ ਕੌਨਫੀਡੈਂਸ 'ਚ ਲੈ ਕੇ ਕਿ ਅਸੀਂ ਐਜ਼ ਇਟ ਇਜ਼ ਇਹ ਕਾਨੂੰਨ ਲਾਗੂ ਨਹੀਂ ਕਰਾਂਗੇ। ਤੁਹਾਡੇ ਨਾਲ ਗੱਲਬਾਤ ਕਰਾਂਗੇ, ਸਟੇਟ ਅਸੈਂਬਲੀਜ਼ ਨਾਲ ਗੱਲਬਾਤ ਕਰਾਂਗੇ, ਹੋਰ ਪੋਲੀਟੀਕਲ ਲੀਡਰਸ ਨਾਲ ਗੱਲਬਾਤ ਕਰਾਂਗੇ, ਪਾਰਲੀਮੈਂਟ 'ਚ ਡਿਬੇਟ ਕਰਾਂਗੇ, ਔਰ ਡਿਬੇਟ ਕਰਕੇ ਜਿਹੜਾ ਉਹ ਅਸੀਂ ਜੇ ਵਾਕਈ ਲੱਗਿਆ, ਤੁਹਾਨੂੰ ਵੀ ਲੱਗਿਆ ਤੇ ਸਰਕਾਰ ਨੂੰ ਵੀ ਲੱਗਿਆ ਕਿ ਵਾਕਿਆ ਸੁਧਾਰਾਂ ਦੀ ਲੋੜ ਹੈ ਤਾਂ ਕਰ ਲੈਣੇ ਚਾਹੀਦੇ। ਤੁਹਾਨੂੰ ਲੱਗਦਾ ਹੈ ਮਨਸ਼ਾ ਸਰਕਾਰ ਦੀ ਸਾਫ਼ ਹੈ? ਇੱਕ ਪਾਸੇ ਤੇ ਸਰਕਾਰ ਕਹਿੰਦੀ ਵੀ ਟੇਬਲ ਟਾਕ ਕਰ ਲਓ, ਦੂਜੇ ਪਾਸੇ ਆਪਣੀ ਬ੍ਰਿਗੇਡ ਖੜੀ ਕਰਤੀ ਜਿਹੜੀ ਥਾਂ ਥਾਂ ਤੇ ਜਾ ਕੇ ਰੈਲੀਆਂ ਕਰ ਰਹੀ ਹੈ, ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਔਰ ਉਸ ਤੋਂ ਬਾਅਦ ਭਾਜਪਾ ਆਗੂਆਂ ਦੇ ਜਿਹੜੇ ਲਗਾਤਾਰ ਬਿਆਨ ਆ ਰਹੇ ਨੇ, ਕਦੇ ਅੱਤਵਾਦੀ ਕਹਿ ਦਿੰਦੇ, ਕਦੇ ਖਾਲਿਸਤਾਨੀ ਕਹਿ ਦਿੰਦੇ, ਕਦੇ ਚੀਨੀ ਕਹਿ ਦਿੰਦੇ, ਕਦੇ ਪਾਕਿਸਤਾਨੀ ਕਹਿ ਦਿੰਦੇ। ਬਈ ਇੱਕ ਪਾਸੇ ਤੇ ਉਕਸਾਇਆ ਜਾ ਰਿਹਾ ਹੈ, ਦੂਜੇ ਪਾਸੇ ਕਹਿੰਦੇ ਤੁਸੀਂ ਆ ਕੇ ਟੇਬਲ ਟਾਕ ਕਰ ਲਓ। ਇਸ ਤਰ੍ਹਾਂ ਦੀ ਨੀਤੀ ਨਾਲ ਕਿਆ ਹੱਲ ਨਿਕਲ ਪਾਊਗਾ? ਦੇਖੋ, ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਜਿਹੜਾ ਵਿਸ਼ਵਾਸ ਹੈ ਤੇ ਕ੍ਰੈਡੀਬਿਲਟੀ ਹੈ ਉਹ ਬਹੁਤ ਇੰਪੋਰਟੈਂਟ ਹੈ। ਜੇ ਕਿਸਾਨਾਂ ਨੂੰ ਸਰਕਾਰ ਤੇ ਵਿਸ਼ਵਾਸ ਹੋਵੇ ਤਾਂ ਜ਼ਰੂਰ ਕਰਨਗੇ ਗੱਲ। ਇਹ ਜਿਹੜਾ ਇਸ ਕਿਸਮ ਦੇ ਕੀ ਇੰਨੀ ਵੱਡੀ ਐਜੀਟੇਸ਼ਨ ਕੌਣ ਇਹਦੇ ਵਿੱਚ ਹੈ, ਕੌਣ, ਮੈਂ ਇਹਦੇ ਬਾਰੇ ਨਹੀਂ ਜਾਣਦਾ, ਪਰ ਸਰਕਾਰ ਨੂੰ ਜੇ ਸੱਚਮੁੱਚ ਇਦਾਂ ਵੀ ਲੱਗ ਰਿਹਾ ਤਾਂ ਫਿਰ ਤਾਂ ਹੋਰ ਜਲਦੀ ਹੱਲ ਕਰਨਾ ਚਾਹੀਦਾ। ਫਿਰ ਤਾਂ ਸਰਕਾਰ ਨੂੰ ਹੋਰ ਸੰਜੀਦਗੀ ਨਾਲ ਇਹਦੇ ਬਾਰੇ ਸੋਚਣਾ ਚਾਹੀਦਾ ਵੀ ਜੇ ਦੇਸ਼ ਦੀ ਸੁਰੱਖਿਆ ਖਤਰੇ 'ਚ ਪੈ ਰਹੀ ਹੈ, ਕੋਈ ਉਹ ਕਹਿ ਰਹੇ ਨੇ, ਉਹਨਾਂ ਨੂੰ ਯਕੀਨ ਆ, ਉਹਨਾਂ ਕੋਲ ਇੰਟੈਲੀਜੈਂਸ ਰਿਪੋਰਟਸ ਨੇ ਕਿ ਇੱਥੇ ਹੋਰ ਬਹੁਤ ਸਾਰੇ ਐਲੀਮੈਂਟ ਜਿਹੜੇ ਆ ਗਏ ਨੇ, ਤਾਂ ਫਿਰ ਤਾਂ ਸਰਕਾਰ ਨੂੰ ਦੇਰ ਹੀ ਨਹੀਂ ਕਰਨੀ ਚਾਹੀਦੀ। ਫਿਰ ਤਾਂ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਹੱਲ ਲੱਭਣਾ ਚਾਹੀਦਾ ਕਿ ਇਦਾਂ ਦੀ ਸਿਚੁਏਸ਼ਨ ਨਾ ਆਵੇ। ਸੋ ਇਸ ਕਰਕੇ ਇਹਦਾ ਮਤਲਬ ਕਿਤੇ ਨਾ ਕਿਤੇ ਗੈਪ ਹੈ ਨੀਤੀ ਤੇ ਨੀਅਤ ਵਿੱਚ। ਲੇਕਿਨ ਇੱਕ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਥਾਂ ਥਾਂ ਤੇ ਵੇਅਰ ਹਾਊਸ ਬਣਾਏ ਜਾ ਰਹੇ ਨੇ, ਪ੍ਰਾਈਵੇਟ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੇ ਆਪਣੇ ਗੋਦਾਮ ਬਣਾਉਣੇ ਵੀ ਸ਼ੁਰੂ ਕਰ ਦਿੱਤੇ ਨੇ। ਇਸ ਤਰ੍ਹਾਂ ਦੀ ਗੱਲਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਤੇ ਜੇਕਰ ਇਹ ਵਾਕਈ ਗੱਲਾਂ ਸਹੀ ਨੇ ਤੇ ਫਿਰ ਨਹੀਂ ਲੱਗਦਾ ਕਿ ਹਾਂ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਪ੍ਰਤੀ ਸੰਜੀਦਾ ਹੈ। ਮੈਂ ਔਰ ਮੇਰੇ ਵਰਗੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਲੋਕੀ ਮਾਹਰ ਸਮਝਦੇ ਨੇ, ਪਤਾ ਨਹੀਂ ਸੀ ਹੈ ਕਿ ਨਹੀਂ, ਹਾਂ ਜਾਂ ਉਹ 5 ਜੂਨ ਤੋਂ ਹੀ ਕਹਿ ਰਹੇ ਨੇ। ਮੈਂ ਵੀ ਬਹੁਤ ਲਿਖਿਆ, ਪੰਜਾਬੀ, ਅੰਗਰੇਜ਼ੀ, ਮੀਡੀਆ ਸਾਰਾ ਕੁਝ ਬਹੁਤ ਲਿਖਿਆ, ਪਰ ਜੇ ਵਾਕਿਆ ਹੀ ਇਹ ਗੱਲ ਹੈ ਤਾਂ ਮੈਂ ਮੋਨੋਪੋਲੀ ਤੇ ਮੁਨਾਫਸੋਨੀ ਦੀ ਗੱਲ ਕੀਤੀ। ਮੁਨਾਫਸੋਨੀ ਜਿਹੜੀ ਹੁੰਦੀ ਹੈ ਕਿ ਜਦੋਂ ਇੱਕ ਖਰੀਦਣ ਵਾਲਾ ਹੋਵੇ ਜਾਂ ਥੋੜੇ ਜਿਹੇ ਖਰੀਦਣ ਵਾਲੇ ਹੋਣ। ਭਾਈ 10 ਕਰੋੜ ਕਿਸਾਨ ਨੇ, ਉਹਨਾਂ ਤੋਂ 5-7 ਕੰਪਨੀਆਂ ਆਪਣਾ ਕਾਰਟਲ ਬਣਾ ਲੈਂਦੀਆਂ ਨੇ ਜਾਂ ਏਰੀਆ ਵੰਡ ਲੈਂਦੇ ਕਿ ਇੱਥੇ ਤੂੰ ਖਰੀਦੇਂਗਾ, ਇੱਥੇ ਅਸੀਂ ਖਰੀਦਾਂਗੇ। ਤੇ MSP ਮੰਨ ਲਓ ਕਿ ਸਰਕਾਰ ਕਹਿੰਦੀ ਆ ਕਿ ਅਸੀਂ ਰੱਖਾਂਗੇ ਵੀ, APMC ਵੀ ਰੱਖਾਂਗੇ। ਸੋ ਇਸ ਕਰਕੇ ਮੈਂ ਇਹ ਕਹਿ ਰਿਹਾ ਕਿ ਜੇ ਇਹ ਰੱਖਣੀ ਵੀ ਆ ਤੇ ਇਹ ਕਿਵੇਂ ਰਹੇਗੀ? ਜਦੋਂ 2-4-5 ਸਾਲ ਰੱਖ ਵੀ ਲੈਣਗੇ ਤਾਂ ਜਦੋਂ ਵੱਡੀਆਂ ਜਦੋਂ ਇਹ ਸਰਕਾਰ ਵਿਡਰਾ ਕਰੇਗੀ ਥੋੜਾ ਜਿਹਾ ਜਾਂ ਪਬਲਿਕ ਪ੍ਰੋਕਿਊਰਮੈਂਟ ਘਟਾਏਗੀ, ਤਾਂ ਫਿਰ ਕੌਣ ਖਰੀਦੇਗਾ ਕਿਸਾਨਾਂ ਦੀ ਫਸਲ? ਫਿਰ ਖਰੀਦਣਗੇ ਆਪਣੇ ਤੁਹਾਡੇ ਵਪਾਰੀ, ਤੇ ਵਪਾਰੀ ਜਿਹੜੀ ਅੱਧੀ ਫਸਲ ਖਰੀਦ ਕੇ ਕਹਿਣਗੇ ਭਾਈ ਸਾਹਿਬ ਹੁਣ ਨਹੀਂ ਅਸੀਂ ਖਰੀਦ ਸਕਦੇ, ਸਾਡੇ ਕੋਲ ਕੈਪੈਸਿਟੀ ਨਹੀਂ ਹੈਗੀ, ਸਾਡੇ ਕੋਲ ਪੈਸੇ ਨਹੀਂ ਹੈਗੇ। ਤੇ ਫਿਰ ਕਿਸਾਨ ਕੀ ਕਰੂਗਾ? ਕਿਸਾਨ ਕੋ ਮਹਾਰਾਜ ਜਿਹੜੇ ਭਾਅ 'ਤੇ ਚੱਕਣੀ ਚੱਕ ਲਓ, ਅਸੀਂ ਇਹ ਵੀ ਲਿਖ ਦਾਂਗੇ ਕਿ MSP ਜਿਹੜੀ ਹੈ ਉਹ ਅਸੀਂ ਲੈ ਲਈ ਹੈ, ਤੁਹਾਨੂੰ ਦਿਓ ਨਾ ਦਿਓ। ਇਹਦਾ ਮਤਲਬ ਕਿਸਾਨ ਤਾਂ ਮਾਰੇ ਗਏ ਨਾ ਵਿਚਾਰੇ। ਹੁਣ ਜਿਹੜਾ ਇਸ ਵੇਲੇ ਮੈਂ ਕੱਲ ਵੀ ਕਿਤੇ ਕਿਹਾ ਸੀ ਕਿ
ਜਿਹੜਾ ਇਹ ਕਹਿ ਰਹੇ ਨੇ ਕਿ ਅਸੀਂ 6000 ਰੁਪਇਆ ਮਾਰਜਨਲ ਤੇ ਜਿਹੜਾ ਸਮਾਲ ਫਾਰਮਰ ਉਹਨੂੰ ਦੇ ਰਹੇ ਹਾਂ, ਤਾਂ ਇਹਦਾ ਮਤਲਬ ਹੈ ਕਿ ਉਹ ਜੇ ਕੈਲਕੂਲੇਟ ਕਰੋ ਟੋਟਲ, ਤੇ ਜਿਹੜੇ ਸਵਾਮੀਨਾਥਨ MSP ਤੇ ਜਿਹੜੀ MSP ਇਹ ਦੇ ਰਹੇ ਨੇ ਉਹ 1 ਸਾਲ ਦੀ ਕੈਲਕੂਲੇਟ ਕਰ ਲਓ। ਪੰਜਾਬ ਦੇ ਵਿੱਚ 13000 ਕਰੋੜ ਰੁਪਈਆ ਕਿਸਾਨਾਂ ਨੂੰ ਘੱਟ ਮਿਲਿਆ। ਜੇ A2+FL ਕਹਿੰਦੇ ਨਾ, ਤਾਂ ਇਹਦਾ ਮਤਲਬ ਹੈ ਕਿ ਤੁਹਾਡੇ ਜੇ ਮੈਂ ਕਹਿੰਦਾ ਕਿ ਕਿਸਾਨ ਹੈ ਤੁਹਾਡੇ ਕੋਲ ਨਹੀਂ ਲੈ, ਤੁਸੀਂ ਉਹਨਾਂ ਨੂੰ ਸਵਾਮੀਨਾਥਨ ਦੇ ਦਿਓ ਕਾਸਟ ਜਿਹੜੀ C2, ਉਹ C2 ਬਾਰੇ ਗੱਲ ਨਹੀਂ ਕਰਦੇ, A2 ਤੇ ਫੈਮਿਲੀ ਲੇਬਰ ਗੱਲ ਕਰ। ਭਾਜਪਾ ਸੱਤਾ ਦੇ ਵਿੱਚ ਆਈ ਸੀ ਤੇ ਕਿਸਾਨਾਂ ਨੂੰ ਉਮੀਦ ਬਣੀ ਸੀ ਕਿ ਉਹ ਪਾਰਟੀ ਹੈ ਜਿਨ੍ਹਾਂ ਨੇ ਆਪਣੇ ਕੱਪੜੇ ਲਾਏ ਸੀ, ਜਿਹੜੇ ਕਹਿੰਦੇ ਸੀ ਕਿ UPA ਦੀ ਸਰਕਾਰ ਜਾਊਗੀ, ਆਪਾਂ ਕਿਸਾਨਾਂ ਨੂੰ MSP ਦੀ ਸਿਫਾਰਿਸ਼ਾਂ ਦੇ ਅਨੁਸਾਰ ਲਾਭ ਦੇਵਾਂਗੇ। ਲੇਕਿਨ ਹੁਣ ਇਹਨਾਂ ਦੀ ਸਰਕਾਰ ਆ ਗਈ, ਹੁਣ ਲਾਭ ਤੇ ਕੀ ਦੇਣਾ ਸੀ? ਆ ਕਿਸਾਨ ਸਾਰੇ ਜਿਹੜੇ ਨੇ ਕਿਤੇ ਸਿੱਧੂ ਬਾਰਡਰ ਤੇ ਬੈਠੇ ਨੇ, ਕਿਤੇ ਟਿਕਰੀ ਬਾਰਡਰ ਤੇ ਬੈਠੇ ਨੇ, ਕਿਤੇ ਚਿੱਲਾ ਬਾਰਡਰ ਤੇ ਬੈਠੇ ਨੇ, ਇਹਨਾਂ ਨੂੰ ਸੜਕਾਂ ਤੇ ਲਿਆਏ, ਇਹਨਾਂ ਨੂੰ ਖੇਤ ਖਲਿਆਣਾਂ ਤੋਂ ਬਾਹਰ ਕੱਢ ਲਿਆ। ਮੈਂ ਕਹਿੰਦਾ ਕਿ ਸਰਕਾਰ ਇਹਨਾਂ ਨੂੰ ਸੜਕਾਂ ਤੇ ਲਿਆਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ, ਕਿਸਾਨਾਂ ਦਾ ਕੋਈ ਸ਼ੌਕ ਨਹੀਂ। ਇੱਕ ਗੱਲ ਤੇ ਮੈਂ ਇਹ ਕਹਿੰਦਾ। ਦੂਜੀ, ਜਿਹੜਾ 2014 ਚ ਇਹਨਾਂ ਨੇ ਆਪਣੇ ਮੈਨੀਫੈਸਟੋ ਚ ਲਿਖਿਆ ਸੀ ਕਿ ਅਸੀਂ ਦੇਵਾਂਗੇ, ਜਦੋਂ 2000 ਸਰਕਾਰ ਬਣ ਗਈ ਤਾਂ ਸੁਪਰੀਮ ਕੋਰਟ 'ਚ ਕਿਸਾਨਾਂ ਦਾ ਕੇਸ ਚੱਲ ਰਿਹਾ, ਉੱਥੇ ਐਫੀਡੇਵਿਟ ਦਿੱਤਾ ਕਿ ਨਹੀਂ ਦੇ ਸਕਦੇ। ਉਸ ਤੋਂ ਬਾਅਦ ਸ਼ਾਂਤਾ ਕੁਮਾਰ ਕਮੇਟੀ ਬਣਾਤੀ 2015 ਚ, ਉਹਨੇ ਰਿਕਮੈਂਡ ਕਰਤਾ ਉਲਟਾ ਕਿ ਦੇਖੋ ਜੀ MSP ਦਾ 6% ਨੂੰ ਮਿਲ ਰਹੀ ਹੈ, ਇਹਦਾ ਕੋਈ ਫਾਇਦਾ ਨਹੀਂ, FCA ਵੀ ਬੰਦ ਕਰ ਦਿਓ ਤੇ ਇਹ ਵੀ ਬੰਦ ਕਰ ਦਿਓ। ਤਾਂ ਇਹਦਾ ਮਤਲਬ ਇਹ ਹੋਇਆ ਕਿ ਉਹਨੂੰ ਆਰਗੂਮੈਂਟ ਦੂਜੇ ਤਰ੍ਹਾਂ ਕਿਉਂ ਨਹੀਂ ਵਰਤ ਰਹੇ ਕਿ ਯਾਰ ਇਹ ਹੱਦ ਹੋ ਗਈ, ਅਸੀਂ MSP ਸਾਰਿਆਂ ਨੂੰ ਕਿਉਂ ਨਹੀਂ ਦੇ ਰਹੇ ਜਾਂ ਸਾਰੇ ਪ੍ਰੋਕਿਓਰ ਕਿਉਂ ਨਹੀਂ ਕਰ ਰਹੇ? 6% ਜਿਹੜਾ ਉਹਨੂੰ ਵਧਾਓ, ਵੱਧ ਫਸਲ 23 ਫਸਲਾਂ ਦੇ। ਇੱਕ ਤਾਂ ਇਹ ਗੱਲ। ਦੂਜੀ ਗੱਲ ਜਿਹੜੀ ਹੈ ਨਾ ਕਿ ਐਕਚੁਅਲੀ ਹੋ ਕੀ ਰਿਹਾ ਕਿ ਨਾਟ ਓਨਲੀ BJP 2010 ਦੇ ਵਿੱਚ ਉਸ ਵੇਲੇ ਦੇ ਜਿਹੜੇ ਐਗਰੀਕਲਚਰ ਮਿਨਿਸਟਰ ਸੀ, ਸ਼ਾਇਦ ਸ਼ਰਦ ਪਵਾਰ ਜੀ ਸੀ, ਉਹ ਚੰਡੀਗੜ੍ਹ 'ਚ ਆ ਕੇ ਕਹਿ ਰਹੇ ਨੇ ਪੰਜਾਬ ਹਰਿਆਣਾ ਨੂੰ ਕਿ ਤੁਸੀਂ ਕਣਕ ਝੋਨਾ ਬੀਜਣਾ ਘਟਾਓ। ਪਰ 1986 ਜਦੋਂ ਜੌਲ ਕਮੇਟੀ ਰਿਪੋਰਟ ਬਣਦੀ ਹੈ ਤਾਂ ਉਹ ਕਹਿੰਦੇ ਕਿ ਸਾਨੂੰ 1530 ਕਰੋੜ ਰੁਪਈਆ ਦੇ ਦਿਓ ਸਾਲ ਦਾ, ਤੇ ਅਸੀਂ ਮੈਂ ਵੀ ਹੁਣ ਇਹ ਕਹਿਣਾ ਕਿ ਜੇ ਉਸ ਵੇਲੇ ਨਹੀਂ ਕੀਤਾ, ਅੱਜ ਵਾਕਈ ਹੀ ਦੇਸ਼ ਦੀ ਲੋੜ ਹੈ ਕਿ ਡਿਵਰਸਿਫਿਕੇਸ਼ਨ ਅਨਾਜ ਜ਼ਿਆਦਾ ਹੋ ਗਿਆ, ਤਾਂ ਇਹਦਾ ਮਤਲਬ ਹੈ ਕਿ ਤੁਸੀਂ ਕਿਸਾਨਾਂ ਨੂੰ ਕਹੋ ਕਿ ਭਾਈ ਜਿਸ ਪਾਲਿਸੀ ਨਾਲ, ਜਿਸ ਨੀਤੀ ਤਹਿਤ ਅਸੀਂ ਤੁਹਾਡੇ ਤੋਂ ਕਣਕ ਬਜਾਉਣੀ, ਝੋਨਾ ਬਜਾਉਣਾ ਸ਼ੁਰੂ ਕੀਤਾ ਸੀ, ਉਸੇ ਨਾਲ ਅਸੀਂ 5-10 ਸਾਲਾਂ 'ਚ ਤੁਹਾਡੀ ਹੈਲਪ ਕਰਾਂਗੇ, ਬਾਕੀ ਫਸਲਾਂ ਲਈ ਬੀਜ ਦੇਵਾਂਗੇ ਤੇ ਝੋਨਾ ਛੱਡ ਦਿਓ। ਉਹ ਛੱਡ ਦੇਣਗੇ। ਦੇਖੋ ਮੈਂ ਇਹ ਕਹਿੰਦਾ ਕਿ ਪੰਜਾਬ, ਹਰਿਆਣਾ, ਵੈਸਟਰਨ UP ਦੇ ਕਿਸਾਨ ਦੀ ਕੋਈ ਇਮੋਸ਼ਨਲ ਸਾਂਝ ਝੋਨੇ ਨਾਲ ਨਹੀਂ ਹੈ, ਪਰ ਝੋਨੇ ਤੱਕ ਲੈ ਕੇ ਸਰਕਾਰ ਦੀ ਨੀਤੀਆਂ ਗਈਆਂ ਨੇ। ਹੁਣ ਕਹਿੰਦੇ ਸਵਾਰੀ ਆਪਣੇ ਸਵਾਨ ਦੀ ਆਪ ਜ਼ਿੰਮੇਵਾਰ। 2017 ਚ ਨੀਤੀ ਆਯੋਗ ਦਾ ਜਿਹੜਾ ਆਪਣੇ ਡਿਪਟੀ ਚੇਅਰਮੈਨ ਨੇ ਉਹ ਕਹਿ ਕੇ ਗਏ, ਹੱਦ ਹੋ ਗਈ, ਕਮਾਲ ਹੈ। ਜਦੋਂ ਲੋੜ ਸੀ ਤੁਹਾਨੂੰ ਉਦੋਂ ਕਹਿੰਦੇ ਸੀ ਹੋਰ ਝੋਨਾ ਪੈਦਾ ਕਰੋ, ਉਦੋਂ ਕਹਿੰਦੇ ਹੋਰ ਕਣਕ ਬੀਜੋ, ਤੇ ਹੁਣ ਕਹਿੰਦੇ ਆਪੇ ਡਾਇਵਰਸਿਫਿਕੇਸ਼ਨ ਕਰੋ। ਭਾਈ ਕਈ ਪ੍ਰਦਰਸ਼ਨ ਦੇਖੇ, ਇਸ ਲੈਵਲ ਦਾ ਤੁਸੀਂ ਪ੍ਰੋਟੈਸਟ ਵੇਖਿਆ, ਔਰ ਇਸ ਦੇ ਵਿੱਚ ਜਿਸ ਢੰਗ ਦੀ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ? ਦੇਖੋ ਮੈਨੂੰ ਸਿਆਸਤ ਦਾ ਤਾਂ ਨਹੀਂ ਪਤਾ, ਕੌਣ ਸਿਆਸਤ ਕਰ ਰਿਹਾ ਕੌਣ ਨਹੀਂ ਕਰ ਰਿਹਾ। ਦੇਖੋ ਸਿਆਸਤ ਤਾਂ ਹੋਏਗੀ, ਤੁਸੀਂ ਸਿਆਸਤ ਨੂੰ ਵਿਸ਼ਵੇ ਨਹੀਂ ਕਰ ਰਹੇ। ਇੱਕ ਪੋਲੀਟੀਕਲ ਪਾਰਟੀ ਕਹਿ ਰਹੀ ਕਿ ਉਹ ਸਿਆਸਤ ਕਰ ਰਿਹਾ, ਦੂਜੀ ਕਹਿ ਰਹੀ ਉਹ ਸਿਆਸਤ ਸਾਰੀਆਂ ਪੋਲੀਟੀਕਲ ਪਾਰਟੀਆਂ ਕਰ ਰਹੀਆਂ ਨੇ। ਪਰ ਇਸ ਢੰਗ ਦਾ ਮੈਂ ਆਪਣੀ ਲਾਈਫ ਦੇ ਵਿੱਚ ਇੰਨਾ ਆਰਗੇਨਾਈਜ਼ਡ ਪੀਸਫੁਲ ਜਿਹੜਾ ਉਹ ਨਹੀਂ ਦੇਖਿਆ। ਤੁਸੀਂ ਇੱਕ ਕਿਸਾਨ, ਮੈਂ ਕਹਿੰਦਾ ਲੱਖਾਂ ਦੀ ਤਾਦਾਦ 'ਚ ਇਕੱਠੇ ਹੋਏ, 1000, 500, 2000 ਕੋਈ ਸਿਆਸਤ ਕਰ ਰਹੇ, ਮੰਨ ਲਿਆ ਕਿ ਪੋਲੀਟੀਕਲ ਪਾਰਟੀਆਂ ਵੀ, ਬਾਕੀ ਤੁਸੀਂ ਸਾਰੇ ਕਿਸਾਨਾਂ ਨੂੰ ਥੋੜ੍ਹਾ ਕਹਿ ਸਕਦੇ ਹੋ। ਜੇ ਕਿਸਾਨ ਇੰਨੇ ਪੋਲੀਟੀਕਲ ਪਾਵਰ ਹੋਣ ਸਿਆਸਤ ਕਰਦੇ, ਆਪਣੀ ਸਰਕਾਰ ਹੀ ਬਣਾ ਲੈਣ ਫਿਰ, ਹੈ ਨਾ। ਕਿਉਂਕਿ ਉਹ ਕਹਿੰਦੇ ਬਰਗਲਾਏ ਕਿਸਾਨ ਨੇ, ਬਾਕੀ ਕਿਸਾਨ ਤੇ ਸਾਡੇ ਵੱਲ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਬਰਗਲਾਏ ਨੇ। ਦੇਖੋ ਇਸ ਵੇਲੇ ਸਰਕਾਰ BJP ਦੀ ਹੈ, ਸਾਰੀਆਂ ਸਟੇਟਾਂ 'ਚ, ਬਹੁਤ ਸਾਰੀਆਂ 'ਚ BJP, ਵੱਡੀਆਂ ਸਟੇਟਾਂ 'ਚ ਵੀ। ਤੇ ਉਹ ਜਿਹੜੀਆਂ ਨੇ ਉਹ ਕਿਸਾਨ ਕੋਈ ਯਾਰ ਕਠਪੁਤਲੀ ਹੈ ਕਿ ਜਿਹੜਾ ਮਰਜ਼ੀ ਉਹਨਾਂ ਨੂੰ ਵਰਗਰਾ ਲੇ। ਮੇਰਾ ਸਭ ਤੋਂ ਵੱਡਾ ਸਵਾਲ ਨਾ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਫਾਇਦੇ 'ਚ ਤੁਸੀਂ ਕਾਨੂੰਨ ਬਣਾਏ ਨੇ ਉਹ ਨਹੀਂ ਮੰਨ ਰਹੇ, ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਕੋਈ ਸ਼ੰਕੇ ਲੱਗਦੇ ਆ ਨਾ ਵੀ ਉਹਨਾਂ ਨਾਲ ਧੱਕਾ ਹੋ ਰਿਹਾ, ਜਾਂ ਉਹਨਾਂ ਨਾਲ ਆਉਣ ਵਾਲੇ ਸਮੇਂ 'ਚ ਜਿਹੜੇ ਉਹਨਾਂ ਦੇ ਅਧਿਕਾਰ ਨੇ ਉਹ ਚਲੇ ਜਾਣੇ, ਜਾਂ ਜਿਹੜੇ 1965 ਤੋਂ ਲੱਗੇ ਹੋਏ ਨੇ। 1965 ਤੋਂ ਪਹਿਲਾਂ ਵਾਲੀ ਹਾਲਤ ਵੇਖ ਲਓ, ਉਦੋਂ ਕੀ ਸੀ? 1965 ਤੋਂ ਜਦੋਂ MSP ਆਈ, FCA ਆਈ, ਪਬਲਿਕ ਪ੍ਰੋਕਿਉਰਮੈਂਟ ਆਈ, ਤਾਂ ਉਦੋਂ ਇਹ ਕਿਸਾਨਾਂ ਦਾ ਥੋੜ੍ਹਾ ਜਿਹਾ ਹੁਲਾਰਾ ਮਿਲਿਆ। ਹੁਣ ਕਿਸਾਨਾਂ ਦੀ ਜਿਹੜਾ ਉਹ ਉਲਟਾ ਹੋ ਗਿਆ ਕਿ ਭਾਈ। ਬਿਲਕੁਲ ਘੁੰਮਣ ਸਾਹਿਬ ਅੱਜ ਆਏ ਨੇ ਇਸ ਪ੍ਰੋਟੈਸਟ ਦੇ ਵਿੱਚ, ਟ੍ਰੇਡ ਯੂਨੀਅਨ ਵੀ ਉਹਨਾਂ ਨਾਲ ਹੈ, ਖਿਡਾਰੀ ਵਰਗ ਵੀ ਉਹਨਾਂ ਨਾਲ ਹੈ, ਔਰ ਗੱਲਬਾਤ ਕਰ ਲੈਂਦੇ ਹਾਂ। ਘੁੰਮਣ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਨਾਲ ਗੱਲ ਕੀਤੀ। ਸਰ ਤੁਸੀਂ ਅੱਜ ਆਏ ਔਰ ਓਲੰਪੀਅਨ ਹੋ ਤੁਸੀਂ, 1980 ਦੇ ਵਿੱਚ ਬਾਸਕਟਬਾਲ ਔਰ ਮਾਸਕੋ ਦੀ ਗੱਲ ਕਰੀਏ, ਉੱਥੋਂ ਦੀ ਖੇਡ ਜਿਹੜੀ ਹੈ, ਆਪਣੇ ਅੱਜ ਜਿਹੜੇ ਪਦਕ ਹੈ ਉਹ ਵੀ ਤੁਸੀਂ ਵਾਪਸ ਇੱਥੇ ਕਰੋਗੇ। ਸਰ ਸਭ ਤੋਂ ਪਹਿਲਾਂ ਤੁਸੀਂ ਅੱਜ ਸਮਰਥਨ ਦੇ ਰਹੇ ਹੋ, ਕੀ ਕਹੋਗੇ ਇਸ ਅੰਦੋਲਨ ਨੂੰ? ਮੈਂ ਤਾਂ ਇਹੋ ਹੀ ਮੋਦੀ ਸਰਕਾਰ ਨੂੰ ਬੇਨਤੀ ਕਰਦਾ
ਕਿ ਕਿਸਾਨਾਂ ਦੀ ਜਿਹੜੀ ਗੱਲ ਬਿਲਕੁਲ ਠੀਕ ਹੈ। ਹੁਣੇ ਇਹ ਇਕਨੋਮਿਸਟ ਘੁੰਮਣ ਸਾਹਿਬ ਵੀ ਕਹਿ ਕੇ ਗਏ ਨੇ ਕਿ ਜੇ MSP ਦੀ ਜ਼ਰੂਰਤ ਹੈ ਤਾਂ ਉਸ ਨੂੰ ਜ਼ਰੂਰ ਲਾਗੂ ਕਰੋ। ਔਰ ਕਿਸਾਨ ਜਿਹੜੇ ਇੰਨੇ ਇਕੱਠੇ ਹੋਏ ਨੇ, ਕੋਈ ਇਹ ਤਮਾਸ਼ਾ ਕਰਨ ਵਾਸਤੇ ਨਹੀਂ ਇਕੱਠੇ ਹੋਏ, ਸਿਰਫ ਤੇ ਸਿਰਫ ਮਜਬੂਰੀ, ਗੌਰਮੈਂਟ ਨੇ ਮਜਬੂਰ ਕਰਤਾ ਕਿ ਅਸੀਂ MSP ਨਹੀਂ ਦਿੰਦੇ ਤੇ ਤੁਹਾਨੂੰ ਆਉਣਾ ਪਊ। ਔਰ ਇਸ ਕਰਕੇ ਕਿਸਾਨ ਵਿਚਾਰੇ ਠੰਡ ਦੇ ਵਿੱਚ ਇੱਥੇ ਬੈਠੇ ਹੋਏ ਨੇ ਔਰ ਆਪਣੀ ਜਿਹੜੀ ਢਿੱਡ ਦੇ ਵਾਸਤੇ ਗੌਰਮੈਂਟ ਨੂੰ ਅਪੀਲ ਕਰ ਰਹੇ ਨੇ ਕਿ ਸਾਡੇ ਨਾਲ ਜਿਹੜਾ ਹੈ ਇਨਸਾਫ ਕਰੋ। ਤੁਸੀਂ ਇਸ ਗੱਲ ਨੂੰ ਇਹ ਰੋਲੋ ਨਾ। ਇਹ ਪਹਿਲਾਂ ਇਹ ਕਹਿੰਦੇ ਸੀ ਕਿ ਅਸੀਂ ਗੱਲ ਨਾਲ ਨਿਬੇੜ ਲਾਂਗੇ, ਉਸ ਵੇਲੇ ਸਰਕਾਰ ਟਸ ਤੋਂ ਮਸ ਨਹੀਂ ਹੋਈ। ਹੁਣ ਜਦੋਂ ਇਹ ਕਿਸਾਨਾਂ ਦਾ ਜ਼ਿਆਦਾ ਜ਼ੋਰ ਪਿਆ, ਹੁਣ ਕਦੀ ਸੁਪਰੀਮ ਕੋਰਟ ਨੂੰ ਵਿੱਚ ਖਿੱਚ ਰਹੇ ਨੇ, ਕਦੀ ਹੋਰ ਜਥੇਬੰਦੀਆਂ ਨੂੰ ਲਿਆ ਰਹੇ ਨੇ, ਕਿਤੇ ਨਾ ਕਿਤੇ ਇਹ ਖਾਮ ਪੰਚਾਇਤਾਂ ਲੈ ਕੇ ਜਾ ਰਹੇ ਨੇ, ਕਿਤੇ ਨਾ ਕਿਤੇ ਕੋਈ ਹੋਰ ਗੱਲ ਕਰੀ ਜਾਂਦੇ ਨੇ ਕਿ ਇਹ ਰੌਲਾ ਪੈ ਜੂ, ਨੇਸ਼ਨ ਨੂੰ ਰੌਲਾ ਹੋ ਜਾਊਗਾ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਅਸੀਂ ਇੰਟਰਨੈਸ਼ਨਲ ਪਲੇਅਰ ਜਿਨ੍ਹਾਂ ਨੇ ਇੰਡੀਆ ਦਾ ਨਾਂ ਵਰਲਡ ਦੇ ਵਿੱਚ ਚਮਕਾਇਆ ਹੈ, ਸਾਨੂੰ ਵੀ ਇਹ ਮਹਿਸੂਸ ਹੁੰਦਾ ਹੈ ਕਿ ਸਾਡੇ ਕਿਸਾਨ ਵੀਰ, ਸਾਡੀਆਂ ਭੈਣਾਂ, ਮਾਵਾਂ, ਸਾਡੇ ਬੱਚੇ ਇਸ ਗੱਲ ਤੇ ਤੁਲੇ ਹੋਏ ਨੇ ਕਿ ਸਾਡੇ ਨਾਲ ਇਨਸਾਫ ਕਰੇ ਗੌਰਮੈਂਟ ਔਰ ਇਹ 3 ਕਾਲੇ ਕਾਨੂੰਨਾਂ ਨੂੰ ਵਾਪਸ ਕਰੇ। ਅੱਜ ਕਿਹੜੇ ਅਵਾਰਡ ਲੈ ਕੇ ਆਏ ਹੋ ਨਾਲ ਜਿਹੜੇ ਵਾਪਸ ਲੁਟਾਣੇ? ਮੈਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਲੈ ਕੇ ਆਇਆ। ਮੈਨੂੰ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ ਬੈਸਟ ਸਪੋਰਟਸਮੈਨ ਫਾਰ ਦਾ ਸਰਵਿਸ ਦਿੱਤਾ ਸੀ, ਉਹ ਲੈ ਕੇ ਆਇਆ ਬਈ ਤਾਂ ਕਿ ਇਹਨਾਂ ਨੂੰ ਇਹ ਪਤਾ ਲੱਗੇ ਕਿ ਅਸੀਂ ਮਨ ਦੇ ਵਿੱਚ ਸਾਡਾ ਕਿੰਨਾ ਕੁ ਰੋਸ ਹੈ ਕਿਸਾਨਾਂ ਦੇ ਪ੍ਰਤੀ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਦੇ ਨਾਲ ਰਹੀਏ ਤੇ ਕਿਸਾਨਾਂ ਦੀ ਮਦਦ ਕਰ ਸਕੀਏ, ਉਹਨਾਂ ਨੂੰ ਮੋਰਲ ਸਪੋਰਟ ਦੇ ਸਕੀਏ। ਲੇਕਿਨ ਇੰਨਾ ਵੱਡਾ ਵਿਰੋਧ ਹੋ ਰਿਹਾ ਹੈ, ਕਈ ਤਬਕੇ ਜਿਹੜੇ ਨੇ ਕਿਸਾਨਾਂ ਨਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ। ਖਿਡਾਰੀਆਂ ਦੀ ਗੱਲ ਕਰੀਏ, ਕਲਾਕਾਰਾਂ ਦੀ ਗੱਲ ਕਰੀਏ, ਬੁੱਧੀਜੀਵੀ ਵਰਗ ਦੀ ਗੱਲ ਕਰੀਏ, ਵਕੀਲਾਂ ਦੀ ਗੱਲ ਕਰੀਏ, ਉਸ ਤੋਂ ਬਾਅਦ ਵੀ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਲੈਟਰ ਜਾਰੀ ਕੀਤੇ ਜਾਂਦੇ ਨੇ। ਨਰਿੰਦਰ ਤੋਮਰ ਦਾ ਲੈਟਰ ਤੁਸੀਂ ਪਰਸੋਂ ਪੜ੍ਹਿਆ ਹੋਵੇਗਾ, ਜਿਸ ਦੇ ਵਿੱਚ ਉਹ ਕਹਿ ਰਹੇ ਨੇ ਹਜੇ ਵੀ ਕਿ ਆਹ ਕਾਨੂੰਨ ਜਿਹੜੇ ਆਪਾਂ ਲੈ ਕੇ ਆਏ ਆ ਕਿਸਾਨਾਂ ਦਾ ਭਲਾ ਕਰਨਗੇ, ਕਿਸਾਨਾਂ ਨੂੰ ਖੁਸ਼ਹਾਲੀ ਵੱਲੋਂ ਤੋਰਨਗੇ, ਬਦਹਾਲੀ ਵੱਲੋਂ ਨਹੀਂ ਲੈ ਕੇ ਜਾਣਗੇ। ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾ ਰਹੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਦੀ ਬਾਤ ਕਰਦੇ ਨੇ ਤੇ ਮਨ ਦੀ ਬਾਤ ਦੇ ਵਿੱਚ ਕਹਿੰਦੇ ਨੇ ਕਿ ਤੁਸੀਂ ਅੰਦੋਲਨ ਜਿਹੜਾ ਵਾਪਸ ਲੈ ਲਓ, ਕਾਨੂੰਨ ਜਿਹੜੇ ਨੇ ਤੁਹਾਡੇ ਲਈ ਕਿਤੇ ਨਾ ਕਿਤੇ ਕਾਰਗਰ ਸਾਬਿਤ ਹੋਣਗੇ। ਮੈਂ ਮੋਦੀ ਸਾਹਿਬ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਮਨ ਦੀ ਬਾਤ ਤਾਂ ਕਹਿੰਦੇ ਆ, ਕਿਸਾਨਾਂ ਦੀ ਵੀ ਮਨ ਦੀ ਬਾਤ ਸੁਣ ਲਓ। ਇਹ ਗਰੀਬ ਵਿਚਾਰੇ ਬੈਠੇ ਹੋਏ ਨੇ, ਜਿੱਥੋਂ ਤੱਕ ਇਹ ਕਹਿੰਦੇ ਨੇ ਕਿ ਇਹ ਕਾਨੂੰਨ ਜਿਹੜਾ ਤੋਮਰ ਸਾਹਿਬ ਕਹਿੰਦੇ ਨੇ ਜਾਂ ਹੋਰ ਕਹਿੰਦੇ ਨੇ ਬਿਲਕੁਲ ਠੀਕ ਹੈ, ਤੇ ਫਿਰ ਰੋਂਦੇ ਕਿਉਂ ਹੈ? ਬੱਚਾ ਕਿਉਂ ਰੋਂਦਾ ਜਦੋਂ ਉਹਨੂੰ ਕੋਈ ਚੀਜ਼ ਨਹੀਂ ਮਿਲਦੀ? ਜਦੋਂ ਉਹਨਾਂ ਦਾ ਢਿੱਡ, ਉਹਨਾਂ ਦੇ ਬੱਚੇ ਨਹੀਂ ਪਲਣਗੇ, ਉਹ ਕਿਵੇਂ ਸੈਟੀਸਫਾਈ ਹੋਣਗੇ? ਹਮੇਸ਼ਾ ਇਹਨਾਂ ਨੂੰ ਹੁਣ ਇਹੋ ਹੀ ਸੋਚ ਦੀ ਗੱਲ ਹੈ ਕਿ ਇਹਨਾਂ ਨੂੰ ਇਹ ਸੋਚ ਕੇ ਗੱਲ ਕਰਨੀ ਚਾਹੀਦੀ ਹੈ ਕਿ ਕਿਸਾਨਾਂ ਦਾ ਜਿਹੜਾ ਹੱਕ ਆ ਉਹ ਠੀਕ ਆ, ਉਹਨਾਂ ਦੀ ਡਿਮਾਂਡ ਜਾਇਜ਼ ਹੈ, ਉਸ ਨੂੰ ਅਸੀਂ ਆਪਦੀ ਮੁੱਛ ਦਾ ਸਵਾਲ ਨਾ ਬਣਾਈਏ ਔਰ ਉਹਨਾਂ ਨੂੰ ਅੱਛੇ ਤਰੀਕੇ ਨਾਲ, ਜਿਵੇਂ ਇੱਕ ਬਾਪ ਥਾਪਣਾ ਦੇ ਕੇ ਬੱਚੇ ਨੂੰ ਪਿਆਰ ਨਾਲ ਲੈ ਜਾਂਦਾ ਹੈ, ਉਸ ਤਰੀਕੇ ਨਾਲ ਇਹਨਾਂ ਨੂੰ ਕਰ ਲੈਣਾ ਚਾਹੀਦਾ ਤੇ ਇਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ। ਮੈਂ ਤਾਂ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦਾ ਮੋਦੀ ਸਰਕਾਰ ਨੂੰ ਵੀ ਕਿਰਪਾ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਸੁਣੋ ਔਰ ਉਹਨਾਂ ਤੇ ਮਿਹਰਬਾਨੀ ਕਰੋ, ਉਹਨਾਂ ਦੇ ਬੱਚਿਆਂ ਤੇ ਮਿਹਰਬਾਨੀ ਕਰੋ ਔਰ ਸਾਰੀ ਜਨਤਾ ਤੇ ਮਿਹਰਬਾਨੀ ਕਰੋ। ਆ ਜਿਹੜੇ ਕਾਰਪੋਰੇਟ ਘਰਾਣੇ ਨੇ, ਜਿਹੜੇ ਥੋੜੇ ਬਹੁਤੇ ਨੇ, ਇਹ ਮਗਰਮੱਛਾਂ ਤੋਂ, ਇਹਨਾਂ ਛੋਟੀਆਂ ਮੱਛੀਆਂ ਨੂੰ ਬਚਾ ਲਓ। ਮੇਰੀ ਇਹੋ ਹੀ ਬੇਨਤੀ ਹੈ। ਬਿਲਕੁਲ, ਛੋਟੀਆਂ ਮੱਛੀਆਂ ਜਿਹੜੀਆਂ ਨੇ ਉਹਨਾਂ ਨੂੰ ਬਚਾ ਲਓ ਮਗਰਮੱਛਾਂ ਤੋਂ, ਆਹ ਕਹਿਣਾ ਹੈ ਖਿਡਾਰੀ ਵਰਗ ਦਾ। ਔਰ ਸਿੱਧੇ ਤੌਰ ਤੇ ਲਗਾਤਾਰ ਸਮਰਥਨਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਹੈ। ਸਪੋਰਟ ਲਗਾਤਾਰ ਇਸ ਕਿਸਾਨੀ ਅੰਦੋਲਨ ਨੂੰ ਮਿਲਦੀ ਨਜ਼ਰ ਆ ਰਹੀ ਹੈ, ਲੇਕਿਨ ਕਦੋਂ ਇਸ ਤਰ੍ਹਾਂ ਦੇ ਅੰਦੋਲਨ ਨੂੰ ਵੇਖਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਉਹ ਕਿਸਾਨਾਂ ਦੇ ਹੱਕ ਪੱਖੀ ਫੈਸਲਾ ਲੈਣ ਲਈ ਤਿਆਰ ਹੁੰਦੀ ਹੈ, ਇਹ ਹੁਣ ਵੇਖਣ ਵਾਲੀ ਗੱਲ ਰਹੂਗੀ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਵਿਨੀਤ ਕਪੂਰ, ਸਿੰਘੂ ਬਾਰਡਰ, ਦਿੱਲੀ।